ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਖੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਦੇਸ। ਭਾਉ ਕਰਮ ਕਰ ਜਮਸੀ, ਸੇ ਘਰ ਭਾਗਠ ਦੇਖ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ। ਵਿਰਲਾ ਪੂਜੈ ਕੋਏ ਰਹਾਉ, ਹਾਣ ਹੱਟ ਕਰ ਆਰਜਾ। ਸੱਚ ਨਾਮ ਕਰ ਵਥ, ਸੁਰਤ ਸੋਚ ਕਰ ਭਾਂਡ ਸਾਲ। ਤਿਸ ਵਿੱਚ ਤਿਸ ਨੂੰ ਰੱਖੋ, ਵਣ ਜਾਰਿਆ ਸਿਉ ਵਣਜ ਕਰ। ਲੈ ਲਾ ਮਨ ਹਾਸੋ, ਸੁਣ ਸਾਸਤ ਸੌਦਾਗਰੀ। ਸੱਤ ਘੋੜੇ ਲੈ ਚੱਲ, ਖਰਚ ਬੰਦ ਚੰਗਿਆਈਆਂ। ਮਤ ਮਨ ਜਾਣੇ ਕੱਲ, ਨਿਰੰਕਾਰ ਕੈ ਦੇਸ ਜਾਹੇ। ਤਾਂ ਸੁਖ ਲਹੇ ਮਹੱਲ, ਲਾਏ ਚਿਤ ਕਰ ਚਾਕਰੀ। ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ। ਤਾ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਕਣ ਮਨ, ਲਾਏ ਚਿੱਤ ਕਰ ਚਾਕਰੀ। ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਵਣੀ। ਤਾ ਕੋ ਆਖੈ ਧਨ, ਨਾਨਕ ਵੇਖੈ ਨਦਰ ਕਰ। ਚੜ੍ਹੈ ਚਵਕਣ ਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਖਤ ਚਵਰ ਛਤਰ ਦੇ ਮਾਲਿਕ, ਗੁਰਗੱਦੀ ਉੱਪਰ ਸੁਭਾਏਮਾਨ ਦੀ ਦੁਨੀਆਂ ਦੇ ਮਾਲਿਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
पावन ਅਤੇ ਪਵਿੱਤਰ ਹਜ਼ੂਰ ਦੇ ਅੰਦਰ ਜੁੜ ਮਿਲ ਕਰਕੇ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਸਰਬੱਤ ਸੰਗਤ ਨੇ ਮਿਲ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ। ਸਤਿਗੁਰੂ ਜੀ ਨੇ ਸਾਡੇ ਜੀਆਂ ਤੇ ਤਰਸ ਕੀਤਾ, ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕੀਤਾ। ਵਡਭਾਗੀ ਹਾਂ ਜੋ ਅੰਮ੍ਰਿਤ ਵੇਲੇ ਦਾਤਾ ਬੰਦੀ ਛੋੜ ਜੀ ਦੇ ਦਰਬਾਰ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਸਤਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਵੱਡਿਆਂ ਭਾਗਾਂ ਨਾਲ ਇਹ ਘੜੀਆਂ ਜਿਹੜੀਆਂ ਹਨ ਉਹ ਪ੍ਰਾਪਤ ਹੋਈਆਂ। ਅੱਜ ਦਾ ਜੋ ਪਾਵਨ ਪਵਿੱਤਰ ਮੁਖ ਵਾਕ ਆਪ ਸੰਗਤ ਨੇ ਸਰਵਣ ਕੀਤਾ ਹੈ, ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜੋ ਕਿ ਸੋਰਠ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 595 ਦੇ ਉੱਪਰ ਸੁਭਾਇਮਾਨ। ਗੁਰੂ ਨਾਨਕ ਦੇਵ ਪਾਤਸ਼ਾਹ ਜੋ ਉਸ ਅਕਾਲ ਪੁਰਖ ਦਾ ਸਰੂਪ ਸਨ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ ਕਿ ਇਸ ਸੰਸਾਰ ਦੇ ਉੱਤੇ ਜਦੋਂ ਪਾਪ ਵੱਧ ਗਿਆ, ਸਾਰੇ ਪਾਸੇ ਪਾਪ ਦਾ ਬੋਲਬਾਲਾ ਹੋ ਗਿਆ, ਤਾਂ ਇਸ ਧਰਤੀ ਨੇ ਉਸ ਪਰਮਾਤਮਾ ਦੇ ਅੱਗੇ ਪੁਕਾਰ, ਕਿਉਂਕਿ ਧਰਤੀ ਕਹਿੰਦੀ ਹੈ ਕਿ ਮੇਰੇ ਉੱਪਰ ਚਾਹੇ ਕਿਤਨੇ ਵੱਡੇ ਵੱਡੇ ਦਰਖਤ ਪੈਦਾ ਹੋ ਜਾਣ, ਪਹਾੜ ਪੈਦਾ ਹੋ ਜਾਣ, ਤੇ ਮੈਨੂੰ ਉਹਨਾਂ ਦਾ ਭਾਰ ਨਹੀਂ ਲੱਗਦਾ। ਪਰ ਜੋ ਪਾਪੀ ਮਨੁੱਖ ਹਨ, ਜੋ ਅਕਿਰਤਘਣ ਮਨੁੱਖ ਹਨ, ਜੋ ਉਸ ਪਰਮਾਤਮਾ ਵੱਲੋਂ ਦਿੱਤੇ ਇਸ ਜੀਵਨ ਦੀ ਕਦਰ ਨਹੀਂ ਕਰਦੇ ਹਨ ਤੇ ਇਸ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਦੇ ਹਨ, ਤੇ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਹਨ ਕਿ ਇਹ ਸੱਚੇ ਪਾਤਸ਼ਾਹ ਤੂੰ ਸਾਨੂੰ ਇਤਨਾ ਸੁੰਦਰ ਸੰਸਾਰ ਦਿੱਤਾ ਹੈ, ਸਰੀਰ ਦਿੱਤਾ ਹੈ, ਤੇ ਧਰਤੀ ਕਹਿੰਦੀ ਹੈ ਕਿ हे ਪਰਮਾਤਮਾ, ਇਹਨਾਂ ਅਕਿਰਤਘਣ ਜੀਵਾਂ ਦਾ, ਪਾਪੀ ਲੋਕਾਂ ਦਾ ਭਾਰ ਮੇਰੇ ਕੋਲੋਂ ਹੁਣ ਜਿਹੜਾ ਹੈ ਉਹ ਚੁੱਕਿਆ ਨਹੀਂ ਜਾਂਦਾ। ਸੋ ਤੁਸੀਂ ਕਿਰਪਾ ਕਰਕੇ ਇਸ ਸੰਸਾਰ ਤੇ ਆਉਣਾ ਕਰੋ ਤੇ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਸੱਚ ਦਾ ਮਾਰਗ ਦਿਖਾਓ। ਤਾਂ ਫਿਰ ਉਸ ਪਰਮਾਤਮਾ ਨੇ ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਨ। ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ, ਜਗ ਚਾਨਣ ਹੋਆ। ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਰਮਾਤਮਾ ਦਾ ਰੂਪ, ਹਰ ਜੋਤ ਸਰੂਪ ਆਪ ਗੁਰੂ ਨਾਨਕ ਕਹਾਏ। ਉਹ ਪਰਮਾਤਮਾ ਜੋ ਜੋਤ ਸਰੂਪ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਸੰਸਾਰ ਤੇ ਪ੍ਰਗਟ ਹੋਏ, ਤੇ ਜਿਨ੍ਹਾਂ ਦੇ ਪੈਦਾ ਹੋਣ ਦੇ ਨਾਲ ਹੀ ਭਾਈ ਗੁਰਦਾਸ ਜੀ ਕਹਿੰਦੇ ਹਨ, ਅਗਿਆਨਤਾ ਰੂਪੀ ਧੁੰਦ ਜਿਹੜੀ ਹੈ, ਹਨੇਰਾ ਜਿਹੜਾ ਹੈ ਉਹ ਮਿਟ ਗਿਆ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਐਸੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸੋ ਆਓ ਸਭ ਤੋਂ ਪਹਿਲਾਂ ਜੋ ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਜੋ ਕਿ ਕਿਸੇ ਵੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਕੀਰਤਨ ਕਰਨ ਵੇਲੇ ਵੀ ਇਸ ਰਹਾਉ ਵਾਲੇ ਬੰਦ ਦੀ, ਰਹਾਉ ਵਾਲੀਆਂ ਪੰਕਤੀਆਂ ਦੀ ਟੇਕ ਲਈ ਜਾਂਦੀ ਹੈ, ਸਥਾਈ ਦੇ ਰੂਪ ਵਿੱਚ ਇਸ ਦਾ ਗਾਇਨ ਕੀਤਾ ਜਾਂਦਾ ਹੈ, ਤੇ ਬਾਕੀ ਸ਼ਬਦ ਜਿਹੜਾ ਹੈ ਉਹ ਰਹਾਉ ਵਾਲੀਆਂ ਪੰਕਤੀਆਂ ਦੀ ਵਿਆਖਿਆ ਕਰਦਾ ਹੈ, ਇਸ ਨੂੰ ਹੋਰ ਅੱਗੇ ਖੋਲ੍ਹਦਾ ਹੈ।
ਸੋ ਆਓ ਅੱਜ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਜੋ ਵਿਆਖਿਆ ਹੈ ਉਹ ਇਸ ਸ਼ਬਦ ਦੇ ਕੇਂਦਰੀ ਭਾਵ ਰਹਾਉ ਵਾਲੇ ਮਨ ਤੋਂ ਆਰੰਭ ਕਰਦੇ ਹਾਂ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਕੋਹਿਆ, ਵਿਰਲਾ ਪੁੱਜੈ ਕੋਏ ਰਹਾਉ। ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਬਦ ਦੇ ਰਹਾਉ ਵਾਲੇ ਪਦ ਵਿੱਚ ਬਖਸ਼ਿਸ਼ ਕਰਦੇ ਹਨ। ਆਪਣੇ ਆਪ ਨੂੰ ਸੰਬੋਧਨ ਕਰਦੇ ਹਨ। ਇਸ ਨੂੰ ਸਵੈ ਸੰਬੋਧਨ ਕਿਹਾ ਜਾਂਦਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਸੰਬੋਧਨ ਕਰਦੇ ਹਾਂ, ਸਵੈ ਸੰਬੋਧਨ ਸਤਿਗੁਰੂ ਜੀ ਆਪਣੇ ਆਪ ਨੂੰ ਕਰਦੇ ਹਨ। ਇਹ ਬਾਬਾ, ਇਹ ਬਾਬਾ। ਜਿਵੇਂ ਅਸੀਂ ਕਹੀਏ ਕਿ ਸੁਖਰਾਜ ਸਿਆਂ, ਜੇ ਤੂੰ 4 ਜਮਾਤਾਂ ਪੜ੍ਹ ਜਾਂਦਾ ਤੇ ਤੂੰ ਵੀ ਅੱਜ ਕਿਸੇ ਚੰਗੇ ਕੰਮਕਾਰ ਤੇ ਲੱਗਾ ਹੋਣਾ ਸੀ। ਆਪਣੇ ਆਪ ਨੂੰ ਕਹਿਣਾ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਹੇ ਮਨਾ, ਜੇ ਤੂੰ ਇਸ ਤਰ੍ਹਾਂ ਕਰ ਲੈਂਦਾ ਤੇ ਇਸ ਤਰ੍ਹਾਂ ਹੋਣਾ ਸੀ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸਾਨੂੰ ਸਮਝਾਉਣ ਦਾ ਇੱਕ ਤਰੀਕਾ ਹੈ। ਆਪਣੇ ਆਪ ਨੂੰ ਸੰਬੋਧਨ ਕਰਦੇ ਹਨ ਪਰ ਸਮਝਾਉਂਦੇ ਸਾਨੂੰ ਹਨ, ਕਿਉਂਕਿ ਸਤਿਗੁਰੂ ਜੀ ਤੇ ਦੀਨ ਦੁਨੀਆ ਦੇ ਮਾਲਕ ਹਨ ਔਰ ਸਾਡੇ ਵਾਸਤੇ ਉਹਨਾਂ ਨੇ ਇਹ ਬਾਣੀ ਜਿਹੜੀ ਹਸਤੀ ਰਚਨਾ ਕੀਤੀ। ਸਤਿਗੁਰੂ ਜੀ ਕਹਿੰਦੇ ਬਾਬਾ, ਇਹ ਬਾਬਾ ਆਪਣੇ ਮਨ ਨੂੰ ਕਹਿੰਦੇ ਹਨ ਮਾਇਆ ਸਾਥ ਨਾ ਹੋਏ। ਇਹ ਜੋ ਮਾਇਆ ਹੈ ਇਸ ਨੇ ਸਾਥ ਨਹੀਂ ਜਾਣਾ। ਔਰ ਮਾਇਆ ਦੀ ਪਰਿਭਾਸ਼ਾ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਿੱਤੀ ਹੈ। ਇਹ ਮਾਇਆ ਜਿਤ ਹਰਿ ਵਿਸਰੈ, ਮੋਹ ਉਪਜੈ, ਭਾਉ ਉਪਜਾ ਲਾਇ। ਮਾਇਆ ਕੀ ਹੈ? ਜੋ ਸਾਨੂੰ ਉਸ ਪਰਮਾਤਮਾ ਦੇ ਮਾਰਗ ਤੋਂ ਹਟਾ ਕੇ ਦੂਜੇ ਭਾਵ ਵੱਲ, ਉਸ ਤੋਂ ਉਲਟ ਰਸਤੇ ਲਗਾ ਦੇ, ਜਿਸ ਦੇ ਪ੍ਰਭਾਵ ਵਿੱਚ ਆ ਕੇ ਮਨੁੱਖ ਕ੍ਰੋਧਵਾਨ ਹੋ ਜਾਵੇ, ਲੋਭੀ ਹੋ ਜਾਵੇ, ਲਾਲਚੀ ਹੋ ਜਾਵੇ, ਚੋਰੀ ਦੀ ਪ੍ਰਵਿਰਤੀ ਮਨ ਦੇ ਵਿੱਚ ਆ ਜਾਵੇ, ਝੂਠ ਦੀ ਪ੍ਰਵਿਰਤੀ ਆ ਜਾਵੇ। ਹਰ ਉਹ ਚੀਜ਼ ਜਿਹੜੀ ਹੈ ਉਹ ਮਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਇਸ ਮਨੁੱਖ ਦਾ ਜਨਮ ਹੁੰਦਾ ਹੈ, ਇਸ ਸੰਸਾਰ ਤੇ ਇਹ ਆਉਂਦਾ ਹੈ, ਜਦੋਂ ਤਾਂ ਇਸ ਸੰਸਾਰ ਵਿੱਚ ਨਹੀਂ ਆਇਆ ਹੁੰਦਾ ਤਾਂ ਇਸ ਪਰਮਾਤਮਾ ਦੇ ਨਾਲ ਇਸ ਦੀ ਲਿਵ ਲੱਗੀ ਹੁੰਦੀ ਹੈ। ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਲਿਵ ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਈ। ਪਰ ਜਦੋਂ ਜਨਮ ਹੁੰਦਾ ਹੈ ਤਾਂ ਕੀ ਹੁੰਦਾ ਹੈ? ਉਹ ਜਿਹੜੀ ਲਿਵ ਲੱਗੀ ਹੁੰਦੀ ਉਸ ਪਰਮਾਤਮਾ ਦੇ ਨਾਲ ਛੁੱਟ ਜਾਂਦੀ ਹੈ, ਟੁੱਟ ਜਾਂਦੀ ਹੈ। ਮਾਇਆ ਅਮਰ ਵਰਤਾਇਆ, ਤੇ ਫਿਰ ਮਾਇਆ ਦਾ ਹੁਕਮ ਚੱਲਦਾ ਹੈ। ਅਮਰ ਤੋਂ ਭਾਵ ਹੈ ਹੁਕਮ। ਜੋ ਇਹ ਮਨੁੱਖ ਪਰਮਾਤਮਾ ਦੇ ਅਧੀਨ ਹੁੰਦਾ ਹੈ, ਇਸ ਸੰਸਾਰ ਵਿੱਚ ਆ ਕੇ ਆਪਣੇ ਮਾਂ ਪਿਓ, ਸਕੇ ਸੰਬੰਧੀਆਂ, ਘਰ-ਬਾਰ, ਧਨ ਦੌਲਤ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਇਸ ਵਿੱਚ ਖਤਮ ਹੁੰਦਾ ਜਾਂਦਾ ਹੈ। ਤੇ ਫਿਰ ਮਾਇਆ ਦਾ ਹੁਕਮ ਚੱਲਦਾ ਹੈ। ਜਿਸ ਤਰ੍ਹਾਂ ਮਾਇਆ ਕਹਿੰਦੀ ਹੈ ਉਸ ਤਰ੍ਹਾਂ ਇਹ ਮਨੁੱਖ ਕਰਦਾ ਹੈ। ਫਿਰ ਆਪਣੇ ਮਨ ਦੀ ਜਾਂ ਗੁਰੂ ਦੀ ਜਾਂ ਪਰਮਾਤਮਾ ਦੀ ਸਿੱਖਿਆ ਜਿਹੜੀ ਹੈ ਉਸ ਨੂੰ ਭੁੱਲ ਜਾਂਦਾ ਹੈ। ਇਹ ਵੀ ਭੁੱਲ ਜਾਂਦਾ ਹੈ ਕਿ ਮਨੁੱਖ ਕਿ ਮੈਂ ਤੇ ਉਸ ਪਰਮਾਤਮਾ ਦਾ ਰੂਪ ਹਾਂ, ਉਸ ਪਰਮਾਤਮਾ ਦੀ ਅੰਸ਼ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ਼। ਮਨੁੱਖ ਹੈ ਤੇ ਉਸ ਪਰਮਾਤਮਾ ਦੀ ਅੰਸ਼, ਪਰ ਮਾਇਆ ਜਿਹੜੀ ਹੈ ਉਹ ਇਸ ਨੂੰ ਭੁਲਾ ਦਿੰਦੀ ਹੈ। ਮਾਇਆ ਤੋਂ ਭਾਵ ਕੇਵਲ ਪੈਸਾ ਜਾਂ ਧਨ ਦੌਲਤ ਨਹੀਂ। ਹਰ ਉਹ ਚੀਜ਼ ਜਿਹੜੀ ਪਰਮਾਤਮਾ ਤੋਂ ਸਾਨੂੰ ਦੂਰ ਲੈ ਜਾਵੇ ਉਹ ਮਾਇਆ ਹੈ। ਭਾਵੇਂ ਸਾਡੇ ਬੱਚੇ ਹੋਣ, ਘਰ ਹੋਵੇ, ਕਾਰੋਬਾਰ ਹੋਵੇ ਜਾਂ ਕੁਝ ਹੋਰ ਹੋਵੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਨਮ ਦੇ ਨਾਲ ਹੀ ਮਾਇਆ ਦੇ ਹੁਕਮ ਦੇ ਇਹ ਅਧੀਨ ਜਿਹੜਾ ਬੰਦਾ ਹੋ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਫਿਰ ਇਸ ਦੇ ਅਧੀਨ ਹੋਇਆ ਭਟਕਦਾ ਹੈ, ਦੁੱਖ ਭੋਗਦਾ ਹੈ। ਤੇ ਫਿਰ ਜਿਸ ਕਾਰਜ ਵਾਸਤੇ ਸੰਸਾਰ ਤੇ ਆਇਆ ਸੀ, ਭਈ ਪ੍ਰਾਪਤ ਮਾਨੁਖ ਦੇ ਹੋਇਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। 84 ਲੱਖ ਜੋਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਜੋ ਵਡਿਆਈ ਦਿੱਤੀ ਸੀ ਮਨੁੱਖ ਨੂੰ ਕਿ ਤੂੰ ਇਸ ਜਨਮ ਦੇ ਵਿੱਚ ਆਪਣੇ ਜੀਵਨ ਦੀ ਸੋਝੀ ਪ੍ਰਾਪਤ ਕਰਕੇ ਗੁਰੂ ਵਾਲਾ ਹੋ ਕੇ ਤੇ ਉਸ ਪਰਮਾਤਮਾ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ, ਉਸ ਪਰਮਾਤਮਾ ਦੇ ਵਿੱਚ ਲੀਨ ਕਰਨਾ ਹੈ। ਫਿਰ ਇਹ ਮਾਇਆ ਜਿਹੜੀ ਹੈ ਮਨੁੱਖ ਦੀ ਬੁੱਧੀ ਜਿਹੜੀ ਹੈ ਉਸ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਤੇ ਆਪਣੇ ਪਿੱਛੇ ਲਾ ਲੈਂਦੀ ਹੈ। ਤੇ ਮਨੁੱਖ ਫਿਰ ਜਿਹੜਾ ਹੈ ਗੁਰੂ ਦੀ ਸਿੱਖਿਆ ਨੂੰ, ਉਸ ਪਰਮਾਤਮਾ ਨੂੰ
ਭੁੱਲ ਜਾਂਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਸਮਝਾਉਂਦੇ ਹਨ ਕਿ हे ਭਾਈ, ਜਿਤਨਾ ਮਰਜੀ ਤੂੰ ਇਸ ਮਾਇਆ ਦੇ ਪਿੱਛੇ ਭੱਜਾ ਫਿਰ, ਜਿਤਨੀ ਮਰਜੀ ਧਨ ਦੌਲਤ ਇਕੱਤਰ ਕਰ ਲੈ, ਧੀਆਂ ਪੁੱਤਰਾਂ ਨਾਲ ਆਪਣਾ ਮੋਹ ਵਧਾ ਲੈ, ਵੱਡਾ ਘਰ ਬਣਾ ਲੈ, ਵੱਡੀ ਨੌਕਰੀ ਲੈ ਲੈ, ਜਿੰਨੇ ਮਰਜੀ ਪਾਪੜ ਵੇਲ ਲੈ, ਸਤਿਗੁਰੂ ਜੀ ਕਹਿੰਦੇ ਹਨ ਕਿ ਬਾਬਾ ਮਾਇਆ ਸਾਥ ਨਾ ਹੋਏ, ਅੰਤ ਸਮੇਂ ਇਸ ਮਾਇਆ ਨੇ ਤੇਰੇ ਨਾਲ ਨਹੀਂ ਜਾਣਾ। ਜਿਸ ਤਰ੍ਹਾਂ ਇਹ ਮਨੁੱਖ ਇਸ ਸੰਸਾਰ ਤੇ ਆਇਆ ਸੀ, ਖਾਲੀ ਹੱਥ ਆਇਆ ਸੀ, ਤਨ ਦੇ ਉੱਤੇ ਬਸਤਰ ਵੀ ਨਹੀਂ ਸਨ, ਉਸੇ ਤਰ੍ਹਾਂ ਹੀ ਸੰਸਾਰ ਤੋਂ ਇਸ ਜੀਵ ਨੇ ਜਾਣਾ। ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਵਾਸਤੇ ਤੂੰ ਮਾਇਆ ਇਕੱਤਰ ਕਰਦਾ ਹੈ, ਉਹਨਾਂ ਨੇ ਵੀ ਇੱਕ ਪਲ ਦੇ ਵਿੱਚ ਪਰਾਏ ਹੋ ਜਾਣਾ। ਉਹਨਾਂ ਨੇ ਵੀ ਤੇਰਾ ਸਾਥ ਨਹੀਂ ਦੇਣਾ। ਕਹਿੰਦੇ ਇੱਕ ਵਾਰ ਇੱਕ ਚੋਰ ਸੀ, ਡਾਕੂ ਸੀ, ਜੋ ਜੰਗਲ ਦੇ ਵਿੱਚੋਂ ਲੰਘਦੇ ਮੁਸਾਫਰਾਂ ਨੂੰ ਪਕੜ ਲੈਂਦਾ ਸੀ, ਬੰਨ੍ਹ ਲੈਂਦਾ ਸੀ ਤੇ ਉਹਨਾਂ ਕੋਲੇ ਜੋ ਧਨ ਦੌਲਤ ਹੁੰਦੀ ਸੀ ਲੁੱਟ ਲੈਂਦਾ ਸੀ। ਇਸ ਤਰੀਕੇ ਦੇ ਨਾਲ ਉਸਨੇ ਬਹੁਤ ਧਨ ਦੌਲਤ ਵੀ ਇਕੱਤਰ ਕੀਤੀ ਸੀ ਤੇ ਇਸ ਤਰ੍ਹਾਂ ਹੀ ਉਸਦਾ ਜਿਹੜਾ ਚੋਰੀਆਂ ਤੇ ਡਾਕਿਆਂ ਦੇ ਨਾਲ ਹੀ ਆਪਣੇ ਘਰ ਦਾ ਗੁਜ਼ਾਰਾਨ ਚੱਲਦਾ ਸੀ। ਇੱਕ ਦਿਨ ਉਸ ਜੰਗਲ ਦੇ ਵਿੱਚੋਂ ਇੱਕ ਭਲਾ ਪੁਰਸ਼ ਉਸ ਪਰਮਾਤਮਾ ਨੂੰ ਮੰਨਣ ਵਾਲਾ ਫਕੀਰ ਲੰਘ ਰਿਹਾ ਸੀ ਤੇ ਉਸ ਚੋਰ ਨੇ ਉਸ ਫਕੀਰ ਨੂੰ ਪਕੜ ਲਿਆ ਤੇ ਬੰਨ੍ਹ ਲਿਆ ਤੇ ਕਹਿਣ ਲੱਗਾ ਕਿ ਤੇਰੇ ਪਾਸ ਜੋ ਵੀ ਧਨ ਦੌਲਤ ਹੈ ਮੈਨੂੰ ਦੇ ਦੇ। ਤਾਂ ਉਹ ਸਾਧੂ ਜਨ, ਮਹਾਤਮਾ ਜਨ ਦੇ ਮਨ ਦੇ ਵਿੱਚ ਦਇਆ ਆਈ, ਤਰਸਾਇਆ ਤੇ ਉਹਨਾਂ ਦਾ ਵਿਚਾਰ ਬਣਿਆ ਕਿ ਇਸ ਚੋਰ ਨੂੰ ਇਸ ਮਾੜੇ ਕੰਮ ਤੋਂ ਜਿਹੜਾ ਹੈ ਉਹ ਹਟਾਇਆ ਜਾਵੇ। ਤਾਂ ਮਹਾਤਮਾ ਜੀ ਉਸ ਚੋਰ ਨੂੰ ਕਹਿਣ ਲੱਗੇ ਕਿ ਮੇਰੇ ਪਾਸ ਜੋ ਵੀ ਹੈ ਮੈਂ ਤੈਨੂੰ ਦੇ ਦੇਵਾਂਗਾ, ਪਰ ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਇਹ ਚੋਰੀਆਂ ਕਿਉਂ ਕਰਦਾ ਹੈ? ਕਿ ਧਨ ਦੌਲਤ ਕਿਸ ਵਾਸਤੇ ਰਾਹਗੀਰਾਂ ਕੋਲੋਂ, ਮੁਸਾਫਰਾਂ ਕੋਲੋਂ ਲੁੱਟ ਕੇ ਤੂੰ ਕਿੱਥੇ ਖੜਦਾ? ਉਹ ਕਹਿਣ ਲੱਗਾ ਜੀ ਮੈਂ ਆਪਣਾ ਪਰਿਵਾਰ ਪਾਲਦਾ ਹਾਂ, ਇਹੀ ਮੇਰਾ ਕਾਰੋਬਾਰ ਹੈ, ਚੋਰੀਆਂ ਕਰਨੀਆਂ, ਠੱਗੀਆਂ ਕਰਨੀਆਂ, ਇੱਥੋਂ ਪੈਸਾ ਲਿਜਾ ਕੇ ਮੈਂ ਆਪਣੇ ਬਾਲ ਬੱਚੇ ਤੇ ਪਰਿਵਾਰ ਨੂੰ ਪਾਲਦਾ। ਤੇ ਮਹਾਤਮਾ ਜੀ ਕਹਿਣ ਲੱਗੇ ਕਿ ਠੀਕ ਹੈ, ਤੂੰ ਆਪਣੇ ਪਰਿਵਾਰ ਵਾਸਤੇ ਇਹ ਸਭ ਕੁਝ ਕਰਦਾ ਹੈ, ਪਰ ਜੇਕਰ ਕਦੇ ਤੈਨੂੰ ਲੋੜ ਪੈ ਗਈ, ਤੇਰਾ ਅੰਤਮ ਸਮਾਂ ਆ ਗਿਆ, ਤਾਂ ਤੇਰੇ ਪਰਿਵਾਰ ਦਾ ਕੋਈ ਮੈਂਬਰ ਤੇਰੇ ਨਾਲ ਖੜੇਗਾ, ਤੇਰੇ ਨਾਲ ਜਾਵੇਗਾ। ਜੇ ਤੂੰ ਉਹਨਾਂ ਨੂੰ ਕਵੇਂ ਕਿ ਮੇਰੇ ਨਾਲ ਚਲੇ ਚੱਲੋ, ਤੁਸੀਂ ਵੀ, ਮੈਂ ਵੀ ਮਰਨ ਲੱਗਾ ਹਾਂ ਤੇ ਤੁਸੀਂ ਵੀ ਹੁਣ ਮੇਰੇ ਨਾਲ ਚੱਲੋ, ਜਾਂ ਆਪਣੀ ਜ਼ਿੰਦਗੀ ਮੈਨੂੰ ਦੇ ਦਿਓ ਤੇ ਤੁਸੀਂ ਮੇਰੀ ਜਗ੍ਹਾ ਦੇ ਉੱਤੇ ਜਿਹੜਾ ਹੈ ਸੰਸਾਰ ਤੋਂ ਚਲੇ ਜਾਓ, ਤਾਂ ਤੇਰੇ ਪਰਿਵਾਰ ਦਾ ਕੋਈ ਮੈਂਬਰ ਤੇਰੇ ਨਾਲ ਜਾਵੇਗਾ। ਜਾਂ ਜੋ ਤੂੰ ਧਨ ਦੌਲਤ ਇਕੱਤਰ ਕੀਤੀ ਹੈ, ਤੇਰੇ ਅੰਤਮ ਸਮੇਂ ਤੇਰੇ ਨਾਲ ਜਾਵੇਗੀ। ਉਹ ਮਹਾਤਮਾ ਕਹਿਣ ਲੱਗਾ ਜੀ ਹਾਂ ਬਿਲਕੁਲ, ਮੇਰਾ ਪਰਿਵਾਰ ਜਿਹੜਾ ਹੈ ਉਹ ਹਰ ਮੁਸ਼ਕਲ ਵੇਲੇ, ਹਰ ਵੇਲੇ ਮੇਰੇ ਨਾਲ ਖੜੇਗਾ। ਮੈਂ ਉਹਨਾਂ ਵਾਸਤੇ ਇਤਨੀ ਖੇਚਲ ਕਰਦਾ ਹਾਂ, ਚੋਰੀਆਂ ਕਰਦਾ ਹਾਂ, ਡਾਕੇ ਕਰਦਾ ਹਾਂ, ਮੇਰੇ ਨਾਲ ਕਿਉਂ ਨਹੀਂ ਖੜਨਗੇ? ਮੈਂ ਉਹਨਾਂ ਨੂੰ ਇੱਕ ਵਾਰ ਕਹਿ ਦੇਵਾਂਗਾ ਤਾਂ ਮੇਰੀ ਜਗ੍ਹਾ ਤੇ ਉਹ ਆਪਣੀ ਜਾਨ ਵੀ ਦੇ ਦੇ। ਤੇ ਮਹਾਤਮਾ ਜੀ ਕਹਿਣ ਲੱਗੇ ਕਿ ਠੀਕ ਹੈ, ਫਿਰ ਤੂੰ ਇੱਕ ਵਾਰ ਘਰ ਜਾ ਕੇ ਆਪਣੇ ਪਰਿਵਾਰ ਨੂੰ ਪੁੱਛ ਕੇ ਦੇਖ ਤੇ ਕਹਿ ਕਿ ਮੇਰਾ ਅੰਤਮ ਸਮਾਂ ਆ ਗਿਆ ਹੈ ਤੇ ਮੈਂ ਇਸ ਸੰਸਾਰ ਤੋਂ ਇੱਕ ਅੱਧੇ ਦਿਨ ਦੇ ਵਿੱਚ ਚਲੇ ਜਾਣਾ ਹੈ, ਪਰ ਜੇਕਰ ਮੇਰੀ ਜਗ੍ਹਾ ਤੇ ਤੁਹਾਡੇ ਵਿੱਚੋਂ ਕੋਈ ਆਪਣਾ ਜੀਵਨ ਮੈਨੂੰ ਦੇ ਦੇਵੇ ਤੇ ਸੰਸਾਰ ਤੋਂ ਚਲਾ ਜਾਵੇ ਤਾਂ ਮੇਰੀ ਜ਼ਿੰਦਗੀ ਬਚ ਸਕਦੀ ਹੈ। ਅਜਮਾ ਕੇ ਦੇਖ ਮਹਾਤਮਾ ਨੂੰ ਕਹਿਣ ਲੱਗੇ। ਉਸਨੇ ਵੀ ਸੋਚਿਆ ਕਿ ਸਾਧੂ ਜੀ ਗੱਲ ਤੇ ਠੀਕ ਕਹਿੰਦੇ ਹਨ, ਜਿਨ੍ਹਾਂ ਵਾਸਤੇ ਮੈਂ ਇਤਨੀ ਚੋਰੀਆਂ ਠੱਗੀਆਂ ਕਰਦਾ ਹਾਂ, ਉਹਨਾਂ ਨੂੰ ਪੁੱਛ ਤੇ ਲਵਾਂ ਕਿ ਮੇਰੇ ਨਾਲ ਖੜਨ। ਕਹਿੰਦੇ ਜਦੋਂ ਮਹਾਤਮਾ ਘਰ ਆਇਆ, ਉਸਨੇ ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਮਾਂ-ਪਿਓ ਨੂੰ ਪੁੱਛਿਆ। ਮਾਂ-ਪਿਓ ਨੂੰ ਪੁੱਛਿਆ ਤੇ ਉਹ ਕਹਿਣ ਲੱਗੇ ਕਿ ਅਸੀਂ ਤੈਨੂੰ ਪੈਦਾ ਕੀਤਾ ਹੈ, ਤੈਨੂੰ ਪਾਲਿਆ ਹੈ, ਜਵਾਨ ਕੀਤਾ, ਹੁਣ ਤੇਰਾ ਫਰਜ਼ ਹੈ ਕਿ ਤੂੰ ਕਮਾ ਕੇ ਲਿਆ ਕੇ ਸਾਨੂੰ ਦੇ, ਬੁਢੇਪੇ ਦੇ ਵਿੱਚ ਸਾਡਾ ਸਹਾਰਾ ਬਣ, ਪਰ ਤੇਰੀ ਜਗ੍ਹਾ ਦੇ ਉੱਤੇ ਅਸੀਂ ਆਪਣੀ ਜ਼ਿੰਦਗੀ ਥੋੜ੍ਹਾ ਦੇ ਸਕਦੇ, ਇਹ ਤਾਂ ਤੇਰਾ ਫਰਜ਼ ਹੈ ਕਿ ਅਸੀਂ ਤੇਰੇ ਮਾਂ-ਪਿਓ ਹਾਂ ਤੇ ਤੂੰ ਸਾਨੂੰ ਲਿਆ ਕੇ ਖਵਾਉਣਾ। ਆਪਣੀ ਸਥਿਤੀ ਨੂੰ ਪੁੱਛਿਆ
वो भी कहने लगी कि स्वामी जी मेरा फर्ज ਤੁਹਾਡੀ सेवा करना है, चाह पानी ਤੁਹਾਨੂੰ छकानी हाँ, लंगर पानी छकाऊँगी, जो भी सेवा है मैं करती हाँ, बच्चे सामभती हाँ, मेरा ये फर्ज है। तुसीं बाहरों कमा के लियाउंदे हो, पर ਤੁਹਾਡੀ जगह ते मैं थोड़ा मर सकती। सो सारे ही जीआं नूं उसने इस तरह पुछया ते कोई भी उसकी जगह के उत्ते मरन वास्ते तैयार ना होया। ते सतगुरु जी कहते हैं कि इस तरीके के नाल जदों अंत समा आना है ना, कोई भी अपना बेली नहीं बनता। फिर वो चोर जिहड़ा सी वो महात्मा के चरणों ते आके टह पिया, उसनूं जीवन की सोच ही आ गई कि मैं थोड़ा कमा लवां पर हक नहीं कमा, क्योंकि जिन्हां वास्ते मैं कमाउणा हाँ उन्होंने मेरा अंत समय साथ नहीं देना, तो ना ही इस माया ने साथ देना। अंत समय की नाल जाना है, जो कोई चंगियाई की है, जो नेकी की है, वो नाल जाएगी। सतगुरु जी गुरबाणी में फरमाते हैं, जिहे मार्ग के कने जाहे ना कोसा, हर का नाम उहाँ संग कोसा। इस संसार तो जाना उस परमात्मा के दरबार में, इस मार्ग कितना लंबा है वो नहीं गिने जा सकते, पर उस रस्ते के विच सहाई की होगा, परमात्मा का नाम। परमात्मा के नाम ने तुहाडे कीते चंगे कर्मां ने उस रास्ते के विच, उस मार्ग के तुहाडे नाल सहाई होना है। तो उसे तो भाव है जो असीं किसी लंबे सफर पर जाते हाँ तो घरों प्रशादा पानी पका के ना लै जाते हैं कि जो भुख लगेगी रस्ते में खा लवांगे। सतगुरु ने नाम ने तेरा तोशा बनना है, भोजन बनना है उस बिखड़े रस्ते के उत्ते जो तू इस संसार को जाना है। बाकी सब कुछ जिहड़ा है वो इत्थे ही रह जाना। इस तरह ही सिकंदर बहुत बड़ा बादशाह होया है, कहते सारी दुनिया में उसने लुटिया, बहुत धन दौलत इकट्ठी। जदों अंत समा आया पता लग गया कि हुण मैं संसार से नहीं रहना। बड़े बड़े हकीम ते वैद सदे, कहने लगा कि मेरी जितनी दौलत है भावें लै लो, पर मैनूं कुछ स्वास दे दिओ, मैं कुछ समा होर जिंदा रह सकां। तां सब ने हथ खड़े कर दिते कि असीं एक दिन का जीवन भी तैनूं जिहड़ा है होर नहीं दे सकते। तो बादशाह जिहड़ा है वो कहने लगा कि जदों मेरी मौत होवे, मेरा जनाजा निकले, तो मेरी अर्थी तो मेरे दोवें हाथ जिहड़े हैं वो बाहर कढ़ दिते जाण, तां जो लोकां नूं पता लग सके कि दुनिया का जेतू बादशाह जदों इस संसार तो गया तो खाली हथ गया, अपने नाल कुछ भी ना लिजा सकिया, तो ना ही अंत समय ये दौलत उसके किसी काम आई। कहते अंत समय फिर सिकंदर बादशाह वर्गे भी जिन्हां दे हाथ अर्थी दे विचों बाहर सन ते खाली सन, खाली इस संसार को गया जिन्हों ने इस संसार को जितया सी। ते गुरु नानक देव महाराज जी भी अज जो सानू उपदेश बख्शिश कर रहे हैं, वो यही बख्शिश करते हैं कि इस माया ने, इस धन दौलत ने, धियां पुत्रा ने तेरे नाल नहीं जाना है। इन माया जग मोहिया विरला बूझै कोई। ते सतगुरु जी कहते इस माया ने सारा जग मोया है, ठगिया है, पर जानता कोई नहीं। असीं तो समझते हाँ कि मेरे पास इतनी दौलत आ गई है, इतना बड़ा मेरा घर है, तो असीं बड़ी तरक्की कर ली है, बड़ा मार्का मार लिया है। अफसर समझता है कि मैं रिश्वत लै ली है, लाख रुपया 2 लाख रुपया तो बड़ी धन दौलत जोड़ ली है। मंत्री समझता है कि उसने बड़ा मार्का मार लिया है, मंत्री बन के बड़े पैसे कमा लैन, पर सतगुरु जी कहते असल दे उन्होंने नाल ठगी वज रही है। उन्होंने पता नहीं है कि वो ठगे जा रहे हैं। ये हीरे वर्गा अपना जो जन्म है वो कौडियां बदले गवा रहे हैं, तो ठगी हुई ना। जे असीं हीरे नूं कौडियां दे भाव दे दईए तो इसनूं फिर असीं ठगी कहांगे। तो सतगुरु जी कहते कि अनजान मनुख इस तरीके दे नाल चंगे कर्मां नूं छड्ड के ते माया के मोह विच माड़े कर्मां पिछे लग के इस कीमती जीवन नूं, हीरे वर्गे जीवन नूं मिट्टी विच रोल रहा है, कौडियां के भाव नूं अजाई जिहड़ा है वो गवा रहा है। विरला बूझे कोई। ते सतगुरु जी कहते हैं कि ये माया ममता मोहनी, जिन विण दत्ता जग खाया, मनमुख खाधे गुरमुख उभरे, जिनी सच नाम चित लाया।
ਵਿਰਲਿਆਂ ਨੇ ਇਸ ਨੂੰ ਜਾਣਿਆ ਹੈ, ਬੁੱਝਿਆ ਹੈ। ਉਹ ਕੌਣ ਹਨ? ਉਹ ਗੁਰਮੁਖ ਹਨ। ਕਹਿੰਦੇ ਗੁਰਮੁਖ ਜਿਹੜੇ ਹਨ ਉਹੀ ਇਸ ਤੋਂ ਬਚਦੇ ਹਨ। ਤੇ ਮਨਮੁਖਾਂ ਨੂੰ ਤੇ ਜਿਹੜੀ ਮਾਇਆ ਹੈ ਉਹ ਬਿਨਾਂ ਦੰਦਾਂ ਤੋਂ ਹੀ ਖਾ ਗਈ ਹੈ। ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲੇ ਹਨ, ਸਤਿਗੁਰੂ ਜੀ ਕਹਿੰਦੇ ਉਹ ਇਸ ਮਾਇਆ ਤੋਂ ਬਚੇ ਹਨ, ਇਸ ਮਾਇਆ ਤੋਂ ਨਿਰਲੇਪ ਹਨ। ਸੋ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਮਾਇਆ ਤੋਂ ਬਚਣ ਵਾਸਤੇ ਮਾਇਆ ਦੀ ਅਸਲੀਅਤ ਦੱਸਦੇ ਹਨ ਕਿ ਇਹ ਭਾਈ ਤੁਸੀਂ ਵੀ ਠੱਗੇ ਨਾ ਜਾਣਾ, ਉਸ ਪਰਮਾਤਮਾ ਦੇ ਲੜ ਲੱਗਣਾ। ਰਹਾਓ ਤੋਂ ਭਾਵ ਹੈ ਵਿਸ਼ਰਾਮ, ਤੇ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ। ਤੇ ਸਤਿਗੁਰੂ ਜੀ ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਜੋ ਕੇਂਦਰੀ ਧੁਰਾ ਹੈ ਸ਼ਬਦ ਦਾ, ਜੋ ਮਾਇਆ ਦੇ ਪ੍ਰਭਾਵ ਤੋਂ ਬਚਣ ਦੀ ਸਾਨੂੰ ਸਿੱਖਿਆ ਦਿੱਤੀ ਹੈ ਸਤਿਗੁਰੂ ਜੀ ਨੇ, ਮਾਇਆ ਦੀ ਖੇਡ ਸਮਝਾਈ ਹੈ, ਉਸ ਨੂੰ ਹੁਣ ਅੱਗੇ ਹੋਰ ਖੋਲ੍ਹਦੇ ਹਨ ਸਤਿਗੁਰੂ ਜੀ। ਉਦਾਹਰਨ ਦਿੰਦੇ ਹਨ ਇੱਕ ਕਿਰਸਾਨ ਦੀ। ਜਿਵੇਂ ਕਿ ਇੱਕ ਕਿਸਾਨ ਖੇਤੀ ਕਰਦਾ ਹੈ, ਜ਼ਮੀਨ ਨੂੰ ਮਿਹਨਤ ਦੇ ਨਾਲ ਲਾਉਂਦਾ ਹੈ, ਉਸ ਵਿੱਚ ਬੀਜ ਖਿਲਾਰਦਾ ਹੈ, ਉਸ ਦੀ ਸਾਂਭ ਸੰਭਾਲ ਕਰਦਾ ਹੈ ਤੇ ਅੰਤ ਫਿਰ ਉਸ ਨੂੰ ਅਨਾਜ ਦੀ ਪ੍ਰਾਪਤੀ ਹੁੰਦੀ ਹੈ। ਜੋ ਬੀਜਦਾ ਹੈ ਉਸ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। ਕਣਕ ਬੀਜਦਾ ਹੈ, ਸਾਂਭਦਾ ਹੈ, ਤੇ 3-4 ਮਹੀਨੇ ਦੇ ਬਾਅਦ, 6 ਮਹੀਨੇ ਬਾਅਦ ਕਣਕ ਦੀ ਫਸਲ ਉਸ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਭਾਈ ਜਿਵੇਂ ਤੂੰ ਖੇਤੀ ਕਰਦਾ ਹੈ, ਇਸੇ ਤਰ੍ਹਾਂ ਮਨ ਹਾਲੀ, ਹਾਲੀ ਤੋਂ ਭਾਵ ਹੈ ਕਿਸਾਨ, ਖੇਤੀ ਕਰਨ ਵਾਲੇ ਨੂੰ ਹਾਲੀ ਕਿਹਾ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਕਿ ਆਪਣੇ ਮਨ ਨੂੰ ਹਾਲੀ ਬਣਾ। ਸਾਡਾ ਵੈਸੇ ਤੇ ਸਾਡਾ ਮਨ ਜਿਹੜਾ ਹੈ ਸਾਡੇ ਸਰੀਰ ਨੂੰ ਚਲਾਉਣ ਵਾਲਾ ਤੇ ਉਹੀ ਹੈ, ਜੋ ਮਨ ਕਹਿੰਦਾ ਹੈ ਉਹੀ ਅਸੀਂ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਇਹਨੂੰ ਕਿਰਸਾਨ ਬਣਾ ਲੈ। ਕਿਰਸਾਣੀ ਕਰਨੀ, ਕਰਨੀ ਤੋਂ ਭਾਵ ਹੈ ਉੱਚਾ ਆਚਰਣ, ਚੰਗੀ ਕਰਨੀ, ਕਿਸੇ ਦਾ ਭਲਾ ਕਰਨਾ, ਦਇਆ ਕਰਨੀ, ਵੰਡ ਕੇ ਛਕਣਾ। ਇਹ ਜਿਹੜੇ ਗੁਣ ਹਨ, ਸੰਤੋਖ, ਸੰਜਮ ਧਾਰਨ ਕਰਨਾ। ਸਤਿਗੁਰੂ ਜੀ ਕਹਿੰਦੇ ਕਿਰਸਾਨ ਬਣ ਜਾ ਤੇ ਕਿਰਸਾਣੀ ਕਿਹੜੀ ਕਰ? ਚੰਗੇ ਕਰਮਾਂ ਦੀ, ਉੱਚੇ ਆਚਰਣ। ਸਰਮ ਪਾਣੀ ਧਨ ਖੇਤ। ਤੇ ਸਤਿਗੁਰੂ ਜੀ ਕਹਿੰਦੇ ਸਰਮ ਮਿਹਨਤ, ਤੇ ਮਿਹਨਤ ਦਾ ਪਾਣੀ ਫਿਰ ਜਿਹੜਾ ਹੈ ਉਹ ਇਸ ਖੇਤੀ ਨੂੰ, ਸਰੀਰ ਰੂਪੀ ਖੇਤੀ ਨੂੰ ਜਿਹੜਾ ਹੈ ਉਹ ਸਰਮ ਦਾ ਪਾਣੀ ਪਾ। ਤਨ ਖੇਤ, ਤੇ ਤਨ ਨੂੰ ਖੇਤ ਬਣਾ ਲੈ। ਤਨ ਨੂੰ ਖੇਤ ਬਣਾਉਣਾ ਹੈ, ਮਨ ਨੂੰ ਕਿਰਸਾਨ ਬਣਾਉਣਾ ਹੈ, ਤੇ ਸ਼ੁਭ ਗੁਣਾਂ ਦੀ ਖੇਤੀ ਕਰਨੀ ਹੈ, ਤੇ ਮਿਹਨਤ ਦਾ ਉਸਨੂੰ ਪਾਣੀ ਦੇਣਾ ਹੈ। ਫਿਰ ਜਾ ਕੇ ਸਾਡੇ ਜੀਵਨ ਦੀ ਜੋ ਅਸਲ ਫਸਲ ਹੈ, ਨਾਮ ਦੀ ਫਸਲ ਹੈ, ਗੁਰੂ ਦੀ ਖੁਸ਼ੀ ਹੈ, ਕਿਰਪਾ ਹੈ, ਉਹ ਸਾਨੂੰ ਪ੍ਰਾਪਤ ਹੋਵੇਗੀ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਤੇ ਸਤਿਗੁਰੂ ਜੀ ਕਹਿੰਦੇ ਫਿਰ ਕੀ ਕਰ? ਮਨ ਨੂੰ ਕਿਰਸਾਨ ਬਣਾ ਕੇ, ਤਨ ਨੂੰ ਖੇਤ ਬਣਾ ਕੇ, ਇਸ ਵਿੱਚ ਨਾਮ ਦਾ ਬੀਜ ਬੀਜ, ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇਹ ਸਰੀਰ ਕਰਮਾਂ ਦਾ ਖੇਤ ਹੈ, ਜਿਹੋ ਜਿਹਾ ਬੀਜ ਇਹਦੇ ਵਿੱਚ ਪਾਵਾਂਗੇ ਉਹੋ ਜਿਹਾ ਫਲ ਪ੍ਰਾਪਤ ਹੋਵੇ। ਇਹ ਕਰ ਕਰੇ ਸੋ ਇਹ ਕਰ ਪਾਏ। ਇਹ ਹੱਥ ਨਾਲ ਅਸੀਂ ਕਰਮ ਕਰਦੇ ਹਾਂ ਤੇ ਦੂਜੇ ਹੱਥ ਦੇ ਵਿੱਚ ਸਾਡੇ ਉਸ ਦਾ ਫਲ ਸਾਨੂੰ ਪ੍ਰਾਪਤ ਹੋ ਜਾਂਦਾ। ਇਹ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਭਾਈ ਸੰਤੋਖ ਦਾ ਫਿਰ ਸੁਹਾਗਾ, ਫੇਰ ਜਦੋਂ ਅਸੀਂ ਫਸਲ ਬੀਜਦੇ ਹਾਂ, ਬੀਜ ਪਾਉਂਦੇ ਹਾਂ, ਪੱਠੇ ਬੀਜਦੇ ਹਾਂ ਜਾਂ ਕਣਕ ਬੀਜਦੇ ਹਾਂ, ਫਿਰ ਉੱਪਰੋਂ ਸੁਹਾਗਾ ਮਾਰਦੇ ਹਾਂ। ਤੇ ਸਤਿਗੁਰੂ ਜੀ ਕਹਿੰਦੇ ਨਾਮ ਦਾ ਬੀਜ ਪਾ ਕੇ ਤੇ ਸੰਤੋਖ ਦਾ ਸੁਹਾਗਾ ਫੇਰ, ਤੇ ਰੱਖ ਗਰੀਬੀ ਵੇਸ, ਪਾ ਕੇ ਨਿਮਰਤਾ ਵਾਲਾ। ਜਿੱਥੇ ਬਾਹਰੀ ਵੇਖ, ਬਾਹਰੀ ਪਹਿਰਾਵਾ ਅਸੀਂ ਸੁਧਾਰਨ ਪਹਿਨਣਾ ਹੈ, ਉੱਥੇ ਮਨ ਦਾ ਵੇਸ ਜਿਹੜਾ ਹੈ ਉਹ ਵੀ ਗਰੀਬੀ ਵਾਲਾ ਰੱਖਣਾ ਹੈ, ਨਿਮਰਤਾ ਵਾਲਾ ਰੱਖਣਾ ਹੈ, ਨਿਰਮਾਨਤਾ ਵਾਲਾ ਰੱਖਣਾ ਹੈ। ਭਾਵ ਕਰਮ ਕਰ ਜੰਮਸੀ ਸੇ ਕਰ ਭਾਗਠ ਦੇਖ। ਫਿਰ ਸਤਿਗੁਰੂ ਜੀ ਕਹਿੰਦੇ ਕਿਹੜੀ ਫਸਲ ਪੈਦਾ ਹੋਵੇਗੀ? ਪ੍ਰੇਮ ਦੀ ਫਸਲ ਪੈਦਾ ਹੋਵੇਗੀ। ਭਾਵ ਤੋਂ ਭਾਵ ਹੈ ਪ੍ਰੇਮ। ਭਾਵ ਕਰਮ ਕਰ ਜੰਮਸੀ, ਗੁਰੂ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ, ਚੰਗਿਆਈ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਪ੍ਰੇਮ ਪੈਦਾ ਹੋਵੇ।
6 घर भागण दे, फिर वो घर वो जी वो हिरदा भागां वाला होवेगा जिस हिरदे दे विच गुरु दा प्रेम पैदा हो जाएगा। हाण हट कर आरजा सच नाम कर वथ। सो सतगुरु जी ने क्योंकि इस संसार के उत्ते माया को इकत्र करने वास्ते जो मुख्य तौर पर 4 तरह के वसीले हैं। असी खेती करते हैं, फसल पैदा करते हैं, बेचते हैं तो पैसा प्राप्त करते हैं, साडा गुजरान चलता। ਜਾਂ कुछ लोग जिन्हों पास जमीन नहीं है, जो खेती नहीं करते हैं, वो की करते हैं, हट्टी करते हैं, दुकानदारी करते हैं, हट्टी के सौदा पाते हैं तो उसको अगे बेचते हैं। इस तरह उन्होंने गुजरान चलता है, माया एकत्र करते हैं। इस शब्द के सतगुरु जी ने जो तीसरा साधन है व्यापार, व्यापारी व्यापार करके पैसा कमाते हैं। कुछ लोग नौकरी करते हैं, नौकरी करके पैसा कमाते हैं। सो 4 मुख्य किते हैं जिन्हों के राही असी पैसा एकत्र करते हैं, अपने जीवन का गुजरान चलाते हैं। सो सानू सौखी गल समझ आ जाए, सतगुरु जी ने इन्होंने 4 कित्तियां के दृष्टांत सानू दिते हैं। पहला किरसानी का दिता है, जिवें किसान किरसानी करता है उवें इस तन नूं खेत बना के ते चंगे कर्मां दी खेती असीं इस शरीर दे विच करनी है। गुरु साहब जी ने आप भी खेती भी की, करतारपुर साहब विखे व्यापार भी किया। गुरु नानक भाई मेहता कालू जी ने उन्होंने पिता जी ने जो 20 रुपये दे के व्यापार करने वास्ते भेजा, सतगुरु जी ने सच्चा सौदा किया। दौलत खान लोधी के मोदी खाने में गुरु नानक देव महाराज जी ने नौकरी भी की। सो सारे जिहड़े काम हैं गुरु साहब जी ने आप किए, क्योंकि जो विद्वान है वो विद्वता की भाषा समझ लगेगा। जो आम व्यक्ति है, जो खेती करने वाला साधारण पुरुष है, वो सतगुरु जी के इस फलसफे गुरु की शिक्षा किवें समझेगा। इस वास्ते सतगुरु जी उसने उदाहरण ही उसके किते की दी है, किरसानी की दी है। जो दुकानदारी करता है उसने दुकानदारी की उदाहरण दी है, व्यापार करता है व्यापार की उदाहरण दी है, जो नौकरी करता है नौकरी की उदाहरण दे के समझाया है कि किवें असी अपना जीवन जिहड़ा है सुच्चा ते सुच्चा बनाना है, तो माया तो असी इस निर्लेप रखना है। सो दूसरी उदाहरण सतगुरु जी दिंदे हैं एक दुकानदार की, हाण हट कर आरजा सच नाम कर वथ। सतगुरु जी कहते कि ये तेरा जो आरजा रूपी हट्टी है, जीवन रूपी हट्टी है, वो एक एक छन करके बीजती जाती है। छन और विघात है बूटे घटते पानी, जिवें घड़े के छेक होवे तो तुपका तुपका पानी वहदा जाता है, उवें ही साडी आरजा एक छन करके घटती जाती है। तो सतगुरु जी कहते हैं कि हे भाई जे तू दुकानदार है, इस आरजा नूं हट्टी करते सच्चे नाम का सौदा इस विच पा, सुरत सोच कर भांड साल तिस विच तिसनों रख। जिवें दुकान दे विच दुकानदार ने सौदे सजाए होंदे हैं, कतारां दे विच रखे होंदे हैं, ते सतगुरु जी कहते अपनी सुरत नूं सोच नूं भांड साल कर, उस तरह कतार लगा ते उन्हां भांडियां दे विच की पा, तिस विच तिसनों रख। उस मालक का डर, उस परमात्मा का नाम, चंगियाई ते नेकी उस भांडे विच रख। चंगियाई का सौदा जिहड़ा है वो अपने जीवन रूपी आरजा की हट्टी के उत्ते जिहड़ा है उसनूं उसका जिहड़ा है तो वणज कर। वणजारिया स्यों वणज कर लै लाहा मन हस। उसका सतगुरु जी कहते हैं कि तू वणज करके ते लाहा लै, ते मन दे विच जिहड़ी है गुरु की कृपा, गुरु की खुशी जिहड़ी है उसनूं प्राप्त कर। सुन सासत सौदागरी सत घोड़े लै चल। सो तीसरी उदाहरण दी है सौदागर की, जो व्यापार करता है, जो एक बाजार के विचों मंडी के विचों सौदा खरीदता है, उसनों घोड़े के उत्ते या अपने साधन से लदता है तो दूसरे बाजार के विच लिजा के बना के उत्ते बेचता है। इसनों असीं व्यापार कहते हैं।
ਸਤਿਗੁਰੂ ਜੀ ਵਪਾਰੀ ਨੂੰ ਵੀ ਸੰਬੋਧਨ ਹੁੰਦੇ ਹਨ ਕਿ ਹੇ ਵਪਾਰੀ ਸੁਣ ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ। 7 ਤੋਂ ਭਾਵ ਹੈ ਸੱਚ, ਉੱਚਾ ਸੁੱਚਾ ਆਚਰਣ। ਸਤਿਗੁਰੂ ਜੀ ਕਹਿੰਦੇ ਕਿ ਆਪਣੇ ਜੀਵਨ ਦਾ ਵਪਾਰ ਕਰਨ ਲਈ ਆਪਣੇ ਪਾਸ ਸੱਤ ਦਾ, ਸੰਤੋਖ ਦਾ, ਸੱਚਾਈ ਦੇ ਜਿਹੜੇ ਘੋੜੇ ਹਨ ਉਹ ਰੱਖ। ਖਰਚ ਬੰਦ ਚੰਗਿਆਈਆਂ ਮਤ ਮਨ ਜਾਣੇ ਕੱਲ। ਤੇ ਸਤਿਗੁਰੂ ਜੀ ਕਹਿੰਦੇ ਪੱਲੇ ਕੀ ਬੰਨ ਚੰਗਿਆਈਆਂ। ਜਦੋਂ ਵਪਾਰ ਕਰਨ ਜਾਂਦਾ ਹੈ ਵਪਾਰੀ ਤਾਂ ਰਸਤੇ ਦੇ ਵਿੱਚ ਆਪਣੇ ਨਾਲ ਆਪਣਾ ਖਰਚ ਪੱਠਾ ਲੈ ਕੇ ਜਾਂਦਾ ਹੈ। ਤੇ ਇਸ ਜੀਵਨ ਰੂਪੀ ਇਸ ਸੰਸਾਰ ਦੇ ਉੱਤੇ ਜੋ ਜੀਵਨ ਦਾ ਅਸੀਂ ਵੰਡ ਕਰਨ ਆਏ ਹਾਂ, ਸਤਿਗੁਰੂ ਜੀ ਕਹਿੰਦੇ ਕਿ ਇਹ ਭਾਈ ਇਸ ਸੰਸਾਰ ਦੇ ਉਸ ਪਰਮਾਤਮਾ ਦੇ ਨਾਮ ਦਾ ਵੰਡ ਕਰ ਤੇ ਚੰਗਿਆਈਆਂ ਦਾ ਧਨ ਜਿਹੜਾ ਹੈ ਉਹ ਪੱਲੇ ਬੰਨ। ਭਾਵ ਕਿ ਚੰਗੇ ਕਰਮ ਕਰ। ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹੇ ਮਹਲ। ਤਾਂ ਫਿਰ ਕੀ ਹੋਵੇਗਾ? ਦੁਨਿਆਵੀ ਸੌਦਾਗਰ ਇੱਕ ਮੰਡੀ ਤੋਂ ਆਪਣਾ ਮਾਲ ਲੱਦਦਾ ਹੈ, ਦੂਸਰੀ ਮੰਡੀ ਵੇਚਦਾ ਹੈ ਤੇ ਪੈਸੇ ਧਨ ਦੌਲਤ ਕਮਾਉਂਦਾ ਹੈ। ਪਰ ਇਸ ਜੀਵਨ ਰੂਪੀ ਇਸ ਜੀਵਨ ਦੇ ਸਫ਼ਰ ਦੇ ਵਿੱਚ ਜੋ ਨਾਮ ਦਾ ਜਦੋਂ ਅਸੀਂ ਵਪਾਰ ਕਰਾਂਗੇ ਤੇ ਚੰਗਿਆਈਆਂ ਨੂੰ ਆਪਣੇ ਪੱਲੇ ਬੰਨ੍ਹ ਕੇ ਚੱਲਾਂਗੇ ਤੇ ਜਦੋਂ ਉਸ ਨਿਰੰਕਾਰ ਦੇ ਦੇਸ਼ ਜਾਵਾਂਗੇ ਤੇ ਫਿਰ ਕੀ ਪ੍ਰਾਪਤ ਹੋਵੇਗਾ? ਸਤਿਗੁਰੂ ਜੀ ਕਹਿੰਦੇ ਹਨ ਕਿ ਸੁਖ ਪ੍ਰਾਪਤ ਹੋਵੇਗਾ। ਉਸ ਪਰਮਾਤਮਾ ਦੇ ਮਹਿਲ ਦੇ ਵਿੱਚ, ਘਰ ਦੇ ਵਿੱਚ ਆਤਮਿਕ ਸੁਖ ਪ੍ਰਾਪਤ ਹੋਵੇਗਾ। ਜੋ ਦੁਨੀਆ ਦੇ ਸੁੱਖ ਹਨ, ਰਸਾਂ ਕਸਾਂ ਦੇ ਸੁੱਖ ਹਨ, ਇਹ ਥੋੜੇ ਸਮੇਂ ਵਾਸਤੇ ਹਨ। ਅਸੀਂ ਭੋਜਨ ਛਕਦੇ ਹਾਂ, ਇੱਕ ਪਲ ਵਾਸਤੇ ਸਾਨੂੰ ਉਸ ਦਾ ਸਵਾਦ ਆਉਂਦਾ ਹੈ, ਆਨੰਦ ਆਉਂਦਾ ਹੈ। ਹੋਰ ਵੀ ਵਸਤਾਂ ਹਨ, ਉਹਨਾਂ ਦਾ ਸੁੱਖ ਜਿਹੜਾ ਹੈ ਥੋੜ੍ਹਾ ਜਿਹਾ ਹੈ। ਥੋੜ੍ਹੇ ਚਿਰ ਬਾਅਦ ਫਿਰ ਅਸੀਂ ਦੁੱਖ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ। ਪਰ ਜੇ ਅਸੀਂ ਨਾਮ ਦਾ ਵਪਾਰ ਕਰੀਏ ਤੇ ਚੰਗਿਆਈਆਂ ਨੂੰ ਪੱਲੇ ਬੰਨੀਏ ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਪਰਮਾਤਮਾ ਦੇ ਦੇਸ਼ ਵਿੱਚ, ਨਿਜ ਘਰ ਵਿੱਚ ਸਦੀਵੀ ਸੁੱਖ, ਆਤਮਿਕ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ ਕੰਮ। ਤੇ ਚੌਥਾ ਜੋ ਰੁਜ਼ਗਾਰ ਦਾ ਸਾਧਨ ਹੈ ਉਹ ਹੈ ਨੌਕਰੀ ਤੇ ਪੇਸ਼ਾ। ਜੋ ਲੋਕ ਵਪਾਰ ਵੀ ਨਹੀਂ ਕਰਦੇ ਹਨ, ਦੁਕਾਨਦਾਰੀ ਵੀ ਨਹੀਂ ਕਰਦੇ ਹਨ, ਕਿਰਸਾਨੀ ਵੀ ਨਹੀਂ ਕਰਦੇ ਹਨ, ਤੇ ਕੁਝ ਲੋਕ ਜਿਹੜੇ ਚੌਥਾ ਜੋ ਕੈਟਾਗਰੀ ਹੈ ਉਹ ਹੈ ਨੌਕਰੀ ਕਰਦੇ, ਜੋ ਮੁਲਾਜ਼ਮ ਹਨ, ਡਿਊਟੀ ਕਰਦੇ ਹਨ ਤੇ ਉਸ ਦੇ ਬਦਲੇ ਉਹਨਾਂ ਨੂੰ ਜਿਹੜਾ ਹੈ ਉਹ ਤਨਖਾਹ ਮਿਲਦੀ ਹੈ। ਸਤਿਗੁਰੂ ਜੀ ਕਹਿੰਦੇ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਨੌਕਰ ਜਿਹੜਾ ਹੈ ਉਹ ਜਿਸ ਮਹਿਕਮੇ ਵਿੱਚ ਨੌਕਰੀ ਕਰਦਾ ਹੈ ਉਹ ਡਿਊਟੀ ਦਾ ਪਾਬੰਦ ਹੁੰਦਾ ਹੈ। ਉਸ ਨੂੰ ਪ੍ਰੋਪਰ ਦਿੱਤੇ ਹੋਏ ਟਾਈਮ ਦੇ ਉੱਪਰ ਆ ਕੇ ਹਾਜ਼ਰ ਹੋਣਾ ਪੈਂਦਾ ਹੈ ਤੇ ਜਿੰਨਾ ਚਿਰ ਉਸਦੀ ਡਿਊਟੀ ਹੈ 6 ਘੰਟੇ 8 ਘੰਟੇ, ਉਸ ਤੋਂ ਪਹਿਲਾਂ ਜਿਹੜਾ ਹੈ ਉਹ ਜਾ ਨਹੀਂ ਸਕਦਾ ਤੇ ਆਪਣੇ ਮਾਲਕ ਦਾ ਹੁਕਮ ਵੀ ਮੰਨਣਾ ਪੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਉਸ ਪਰਮਾਤਮਾ ਦੀ, ਗੁਰੂ ਦੀ ਜਿਹੜੀ ਚਾਕਰੀ ਹੈ ਉਹ ਚਿੱਤ ਲਾ ਕੇ, ਮਨ ਲਾ ਕੇ ਕਰ। ਦੁਨੀਆ ਦੇ ਵਿੱਚ ਅਸੀਂ ਆਪਣਾ ਗੁਜ਼ਾਰਾਨ ਚਲਾਉਣ ਵਾਸਤੇ ਜਿਸ ਤਰ੍ਹਾਂ ਕਿਸੇ ਪਾਸ ਨੌਕਰੀ ਕਰਦੇ ਹਾਂ, ਤੇ ਇਸ ਜੀਵਨ ਨੂੰ, ਜੇਕਰ ਅਸੀਂ ਇਸ ਜੀਵਨ ਦੀ ਬੇੜੀ ਨੂੰ ਅਸੀਂ ਕਿਸੇ ਪਾਸੇ ਲਾਉਣਾ ਹੈ, ਜੀਵਨ ਦਾ ਮਕਸਦ ਜਿਹੜਾ ਪੂਰਨ ਕਰਨਾ ਹੈ, ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਤੇ ਸਾਨੂੰ ਅਧਿਆਤਮਿਕ ਦੁਨੀਆ ਵਿੱਚ ਵੀ ਗੁਰੂ ਦੀ ਚਾਕਰੀ ਕਰਨੀ ਪਵੇਗੀ। ਗੁਰੂ ਦੇ ਦਰ ਦੇ ਉੱਤੇ ਇੱਕ ਨੌਕਰ ਦੀ ਤਰ੍ਹਾਂ ਆਪਣਾ ਜਿਹੜਾ ਸਮਰਪਣ ਭਾਵ ਹੈ ਉਹ ਦੇਣਾ ਹੋਵੇਗਾ। ਤੇ ਕੰਮ ਕਿਹੜਾ ਕਰਨਾ ਹੈ? ਦੁਨਿਆਵੀ ਤੌਰ ਤੇ ਜੇ ਕੋਈ ਪੁਲਿਸ ਵਾਲਾ ਹੈ ਤਾਂ ਆਪਣਾ ਪੁਲਿਸ ਦਾ ਕੰਮ ਕਰਦਾ ਹੈ, ਜੇ ਕੋਈ ਅਧਿਆਪਕ ਹੈ ਤੇ ਸਕੂਲੇ ਬੱਚਿਆਂ ਨੂੰ ਉਹ ਟੀਚ ਕਰਦਾ ਹੈ। ਪਰ ਜਿਹੜਾ ਉਸ ਪਰਮਾਤਮਾ ਦਾ, ਗੁਰੂ ਦਾ ਨੌਕਰ ਹੈ, ਉਸਨੇ ਕੀ ਕਰਨਾ ਹੈ? ਨਾਮ ਕਰ ਕੰਮ। ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ, ਇਹੀ ਉਸ ਦਾ ਕੰਮ ਹੈ। ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਤੇ ਚੰਗੇ ਕਰਮ ਕਰਨੇ ਹੈ, ਇਹੀ ਚਾਕਰੀ ਹੈ। ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਇਹ ਚਾਕਰੀ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਦਾ ਨੌਕਰ ਬਣ ਕੇ ਕਰ। ਬਨ ਬਦੀਆਂ ਕਰ ਧਾਵਣੀ, ਤਾਕੋ ਆਖੈ ਧਨ। ਇਹ ਸਤਿਗੁਰੂ ਜੀ ਕਹਿੰਦੇ ਬਦੀਆਂ, ਜੋ ਲੱਭ ਲੋਭ ਅਹੰਕਾਰ ਹੈ, ਇਹਨਾਂ ਨੂੰ ਬੰਨਾ ਲਾ ਦੇ। ਬੰਨ ਤੋਂ ਭਾਵ ਹੈ ਕਿ ਰੋਕ ਲਗਾ ਦੇ, ਤੇ ਰੋਕ ਲਗਾ ਕੇ
ਆਪਣਾ ਜਿਹੜਾ ਹੈ ਉਹ ਚਾਕਰੀ ਕਰਤਾ ਕੀ ਹੋਵੇਗਾ, ਤਾਂ ਕੋ ਆਖੇ ਧਨ, ਤੇ ਉਹ ਫਿਰ ਜਿਹੜਾ ਪੁਰਸ਼ ਹੈ ਉਹ ਧਨਤਾ ਦੇ ਯੋਗ ਹੋਵੇਗਾ। ਇਸ ਲੋਕ ਵਿੱਚ ਵੀ ਉਸਦੀ ਸ਼ੋਭਾ ਹੋਵੇਗੀ ਤੇ ਪ੍ਰਲੋਕ ਵਿੱਚ ਵੀ ਉਸਦੀ ਸ਼ੋਭਾ ਹੋਵੇਗੀ। ਨਾਨਕ ਵੇਖੈ ਨਦਰ ਕਰ ਚੜੇ ਚਵਕਣ ਵਾਨਾ। ਇਸ ਤਰੀਕੇ ਨਾਲ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਨਕ ਮੈਂ ਦੇਖਦਾ ਹਾਂ ਕਿ ਜਿਸ ਦੇ ਉੱਤੇ ਉਸ ਪਰਮਾਤਮਾ ਦੀ ਗੁਰੂ ਦੀ ਨਜ਼ਰ ਹੋ ਜਾਂਦੀ ਹੈ, ਉਹ ਜਿੱਥੇ ਦੁਨਿਆਵੀ ਕਾਰੋਬਾਰਾਂ ਦੇ ਵਿੱਚ ਸਫਲਤਾ ਪ੍ਰਾਪਤ ਕਰਦਾ ਹੈ, ਚੰਗੀ ਖੇਤੀ ਕਰਦਾ ਹੈ, ਚੰਗਾ ਵਪਾਰ ਕਰਦਾ ਹੈ, ਉਸਦੀ ਚੰਗੀ ਦੁਕਾਨਦਾਰੀ ਚੱਲਦੀ ਹੈ, ਨੌਕਰੀ ਦੇ ਵਿੱਚ ਚੰਗੀ ਤਰੱਕੀ ਪ੍ਰਾਪਤ ਕਰਦਾ ਹੈ, ਉੱਥੇ ਹੀ ਫਿਰ ਉਹ ਆਪਣੇ ਅਧਿਆਤਮਕ ਜੀਵਨ ਦੇ ਮਾਰਗ ਵਿੱਚ ਵੀ ਜਿਹੜੀ ਹੈ ਉਹ ਉન્નਤੀ ਕਰਦਾ ਹੈ। ਉਹ ਕਿਸੇ ਨਾਲ ਠੱਗੀ ਨਹੀਂ ਕਰਦਾ, ਫਰੇਬ ਨਹੀਂ ਕਰਦਾ, ਧੋਖਾ ਨਹੀਂ ਕਰਦਾ, ਹਰ ਵੇਲੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖਦਾ ਹੈ। ਇਸ ਤਰੀਕੇ ਦੇ ਨਾਲ ਉਸਦਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ। ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਦੀ ਜੈ ਜੈਕਾਰ ਹੁੰਦੀ ਹੈ। ਉਸ ਨੂੰ ਫਿਰ ਜਮਾਂ ਦੀ ਮਾਰ ਨਹੀਂ ਸਹਿਣੀ ਪੈਂਦੀ, 84 ਲੱਖ ਜੂਨਾਂ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਉਸ ਦੀ ਬੰਦ ਖਲਾਸੀ ਇਸ ਲੋਕ ਦੇ ਵਿੱਚੋਂ ਹੋ ਜਾਂਦੀ ਹੈ। ਸੋ ਦਾਤਾ ਬੰਦੀ ਛੋੜ ਧੰਨ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਜ਼ਿਲ੍ਹਾ ਗਵਾਲੀਅਰ ਦੇ ਵਿਖੇ 400 ਸਾਲਾ ਬੰਦੀ ਛੋੜ ਦਿਵਸ 4, 5, 6 ਅਕਤੂਬਰ ਨੂੰ ਸਰਬੱਤ ਸਿੱਖ ਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਵੀ ਉਸ ਪਰਮਾਤਮਾ ਦੇ ਨਾਮ ਦਾ ਬੀਜ ਬੀਜਣ ਦੀ ਜਾਚ ਆ ਜਾਵੇ। ਉਸ ਪਰਮਾਤਮਾ ਦੇ ਨਾਮ ਦਾ ਛੋਕ ਗੁਣਾ ਦਾ ਵਪਾਰ ਕਰਨ ਦੀ ਜਾਚ ਆਵੇ। ਚੰਗਿਆਈਆਂ ਸਾਡੇ ਰਸਤੇ ਦਾ ਤੋਸਾ ਬਣ ਜਾਣ। ਸਾਨੂੰ ਵੀ ਗੁਰੂ ਦੀ ਚਾਕਰੀ ਕਰਨ ਦੀ ਜਾਚ ਆਵੇ। ਸਤਿਗੁਰੂ ਜੀ ਕਿਰਪਾ ਕਰਨ ਤਾਂ ਜੋ ਅਸੀਂ ਸਤਿਗੁਰੂ ਜੀ ਦੇ ਦਰ ਦੇ ਉੱਤੇ ਸੁਰਖਰੂ ਹੋ ਸਕੀਏ। ਸੋ ਵਿਚਾਰਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰ ਕੀ ਮਹਿਮਾ ਅਰਾਧ ਬੋਲ ਹੈ। ਗੁਰੂ ਕੀ ਸੰਗਤ ਤੇ ਸਤਿਗੁਰੂ ਜੀ ਬਖਸ਼ਿਸ਼ ਲੋਕ ਹਨ, ਕਿਰਪਾ ਕਰਕੇ ਬਖਸ਼ਣਾ। ਸੋ ਅੱਜ ਦਾ ਜੋ ਵਾਰ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਸਮਝਾਇਆ ਹੈ ਕਿ ਇਹ ਭਾਈ ਇਸ ਮਾਇਆ ਨੇ ਸਾਥ ਨਹੀਂ ਜਾਣਾ ਹੈ, ਇਸ ਕਰਕੇ ਇਸ ਦਾ ਮੋਹ ਨਹੀਂ ਕਰਨਾ। ਤੇ ਜਿਵੇਂ ਅਸੀਂ ਆਪਣੇ ਦੁਨਿਆਵੀ ਧੰਦੇ ਇਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਕਰਦੇ ਹਾਂ, ਉਸੇ ਤਰ੍ਹਾਂ ਉਸ ਪਰਮਾਤਮਾ ਦੀ ਪ੍ਰਾਪਤੀ ਵਾਲੇ ਪਾਸੇ ਵੀ ਲੱਗ ਜਾਈਏ ਤੇ ਉਸ ਪਰਮਾਤਮਾ ਦਾ ਜਿਹੜਾ ਨਾਮ ਸਿਮਰਨ ਹੈ ਉਸ ਦੇ ਨਾਲ ਜੁੜ ਜਾਈਏ। ਸੋ ਇਹਨਾਂ ਨੂੰ ਕਹਿੰਦੇ ਨੇ ਖਿਮਾ ਦਾ ਜਾ ਸਕਦਾ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਸਮਾਪਤੀ ਹੈ ਜੀ। ਲਾਏ ਚਿੱਤ ਕਰ ਚਾਕਰੀ, ਮਨ ਨਾਮ ਕਰ